गुरु के महान विद्वान कथावाचक भाई सुलखन सिंह जी दंदे साल मेहता चौक वाले 40 मिनट के समय वास्ते वाहिगुरू जी का खालसा वाहिगुरू जी की फतेह। सतनाम धन वाहिगुरू साहिब जियो रतना रतन पदार्थ बहु सागर भरिया राम बाणी गुर बाणी लागे तिन हथ चढ़िया राम गुर बाणी लागे तिन हथ चढ़िया निर्मोलक रतन अपारा हर हर नाम अतोलक पाया तेरी भगत करे भंडारा समुंद विरोल शरीर हम दिखिया एक वसत अनूप दिखाई गुर गोविंद गोविंद गुरु है नानक भेद ना पाई गुर गोविंद गोविंद गुरु है नानक भेद ना पाई कृपा करो दीन के दाते मेरा गुण अवगुण ना विचार हो कोई माटी का क्या तो स्वामी मानस की गत एही माटी का क्या तो स्वामी मानस की गत एही जुग हो जुग अटल चवर छतर तख्त दी मालक वालिए कुल आलम गद्दी ते सुभाई मान 10 पातशाहियां दी आत्मिक जोत साहिब श्री गुरु ग्रंथ ਸਾਹਿਬ महाराज जीआं दी पावन पवित्र हजूरी दे अंदर सुभाईमान गुरु सवारे गुरु प्यारे खालसा साध संगत जी आप समाई भाई वडभागी बन रहे हो जो कि धन तन सतगुरु श्री गुरु तेग बहादुर सच्चे पातशाह महाराज जीआं दे 400 साला पुरब नूं मुख रखदिया होया गुरुद्वारा गुरु शब्द प्रकाश उदासपुर वालों बहुत ही सत्कारयोग संत बाबा हरचरण सिंह जी खालसा रमदासपुर वाले ਅਤੇ ਆਪ ਸਭ ਸੰਗਤਾਂ ਨਗਰ ਪੰਧੇਰ ਦੀ ਸਾਰੀ ਸੰਗਤ ਵੱਲੋਂ ਮਿਲ ਕਰਕੇ
ਗੁਰਮਤਿ ਸਮਾਗਮ ਕਰਵਾਏ ਜਾ ਰਹੇ ਨੇ, ਜਿਸ ਦੇ ਤਹਿਤ ਦਾਸ ਤੋਂ ਪਹਿਲਾਂ ਭਾਈ ਸਾਹਿਬ ਭਾਈ ਜਤਿੰਦਰ ਸਿੰਘ ਜੀ ਦਾ ਰਾਗੀ ਜਥਾ ਆਪ ਜੀਆਂ ਨੂੰ ਕੀਰਤਨ ਨਿਰਮੋਲ ਹੀਰਾ ਅਨੰਦ ਗੁਣੀ ਗਹੀਰਾ ਦੇ ਮਹਾਵਾਕਾਂ ਅਨੁਸਾਰ ਗੁਰੂ ਕੀ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਆਓ ਕੁਝ ਸਮੇਂ ਦੇ ਵਾਸਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਐਸੇ ਦੀਨ ਦਿਆਲ ਪਾਤਸ਼ਾਹ, ਪਰਉਪਕਾਰੀ ਪਾਤਸ਼ਾਹ ਮਹਾਰਾਜ ਜੀਆਂ ਨੂੰ ਯਾਦ ਕਰਦੇ ਹੋਏ ਅਤੇ ਜਿਹੜੇ ਸਾਡੇ ਵੀਰ ਕਿਸਾਨ ਆਪਣਾ ਹੱਕ ਲੈਣ ਵਾਸਤੇ ਦਿੱਲੀ ਜਾ ਕਰਕੇ ਸੜਕਾਂ ਤੇ ਬੈਠੇ ਨੇ, ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ, ਤੰਦਰੁਸਤੀ ਲਈ ਅਰਦਾਸ। ਆਓ 1-2 ਮਿੰਟ ਦੇ ਵਾਸਤੇ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰਦੇ ਹੋਏ ਵਾਹਿਗੁਰੂ ਮੰਤਰ ਦਾ ਜਾਪ ਕਰੀਏ। ਉਪਰੰਤ ਫਤਿਹ ਕਹਿ ਕੇ ਫਿਰ ਕਥਾ ਦੀ ਸਾਂਝ ਪਾਉਣ ਦਾ ਯਤਨ ਕਰਾਂਗੇ। ਪਹਿਲਾਂ ਦਾਸ, ਫਿਰ ਸਾਰੀ ਸੰਗਤ ਕਿਰਪਾ ਕਰਿਓ ਜੀ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰਨ, ਮਹਾਂਪੁਰਖ ਕਿਰਪਾ ਕਰਨ, ਗੁਰੂ ਕੀ ਸੰਗਤ ਕਿਰਪਾ ਕਰੇ। ਆਪਣਾ ਮਿਹਰਾ ਭਰਿਆ ਹੱਥ ਦਾਸ ਦੇ ਸਿਰ ਤੇ ਰੱਖ ਕਰਕੇ ਕਥਾ ਵਿਚਾਰਾ ਕਰਨ ਦੀ ਸਮਤ ਬਖਸ਼ੇ ਕਰਨੀ ਜੀ। ਆਓ ਦਾਸ ਨੂੰ ਬਖਸ਼ੋ ਅਸੀਸ, ਆਪਣਾ ਸੀਸ ਝੁਕਾਓ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਚਰਨਾਂ ਦੇ ਵਿੱਚ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਦੀਨ ਦਿਆਲ, ਪਰਉਪਕਾਰੀ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਜਾਤ ਦੇ ਅੰਦਰ ਆਪ ਸਭ ਸੰਗਤਾਂ ਜੁੜ ਮਿਲ ਕਰਕੇ ਬੈਠੇ ਹੋ।
ਜਿਨ੍ਹਾਂ ਗੁਰੂ ਸਾਹਿਬਾਨਾਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ 59 ਸ਼ਬਦ ਨੇ। ਪਹਿਲਾ ਸ਼ਬਦ ਗੌੜੀ ਰਾਗ ਦੇ ਅੰਦਰ 219 ਅੰਗ ਤੇ ਸਤਿਗੁਰੂ ਜੀ ਦਾ ਪਹਿਲਾ ਹੀ ਉਪਦੇਸ਼ ਗੌੜੀ ਮਹੱਲਾ ਨਾਵਾ। ਸਤਿਗੁਰੂ ਜੀ ਨੇ ਫਰਮਾਨ ਕਰਨਾ ਕੀਤਾ ਹੈ, ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਹੇ ਗਵਾਵੋ ਰਹਾਓ। ਬੇਨਤੀ ਕਰਾਂ, ਸਾਰੇ ਸੰਸਾਰ ਦੇ ਅੰਦਰ ਦੁਨੀਆ ਦੇ ਕੋਨੇ-ਕੋਨੇ ਤੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਦਿਹਾੜਾ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਬੇਨਤੀ ਕਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚੋਂ ਜੋ ਸਤਿਗੁਰੂ ਜੀ ਦਾ ਉਪਦੇਸ਼ ਬਖਸ਼ ਕੀਤਾ ਹੈ, ਉਸ ਦੇ ਨਾਲ ਜੁੜ ਜਾਈਏ। ਸਤਿਗੁਰੂ ਜੀ ਦੀ ਗੁਰਬਾਣੀ ਨੂੰ ਜਿੱਥੇ ਪੜ੍ਹਦੇ ਹਾਂ, ਸੁਣਦੇ ਹਾਂ, ਉੱਥੇ ਮਨ ਵੀ ਲਈਏ। ਸਤਿਗੁਰੂ ਜੀ ਦੇ ਪਹਿਲੇ ਹੀ ਸ਼ਬਦ ਦੇ ਪਹਿਲੀਆਂ ਇੱਕ ਪੰਕਤੀ ਦੇ ਨਾਲ ਹੀ ਅਸੀਂ ਜੁੜ ਜਾਈਏ। ਇੱਕ ਪੰਕਤੀ ਨੂੰ, ਦੋ ਪੰਕਤੀਆਂ ਨੂੰ ਹੀ ਧਾਰਨ ਕਰ ਲਈਏ ਤੇ ਸਾਡਾ ਜੀਵਨ ਜਿਹੜਾ ਉਹ ਸਫਲ ਹੋ ਸਕਦਾ ਹੈ। ਸਾਧੋ ਗੋਬਿੰਦ ਕੇ ਗੁਣ ਗਾਵੋ। ਪਾਤਸ਼ਾਹ ਕਹਿੰਦੇ ਨੇ, ਅਕਾਲ ਪੁਰਖ ਵਾਹਿਗੁਰੂ ਜੀ ਦੇ ਗੋਬਿੰਦ ਦੇ ਗੁਣ ਗਾਇਆ ਕਰ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਨਾਲ ਜੁੜਿਆ ਕਰ। ਆ ਜਿਹੜਾ ਅਮੋਲਕ ਜੀਵਨ ਤੈਨੂੰ ਪ੍ਰਾਪਤ ਹੋਇਆ, ਮਨੁੱਖਾ ਜੀਵਨ ਮਿਲਿਆ ਤੈਨੂੰ, ਐਵੇਂ ਅਜਾਈ ਨਾ ਗਵਾਈ ਜਾਏ। ਕਿੰਨੇ ਸਵਾਸ 24 ਘੰਟਿਆਂ ਦੇ ਵਿੱਚ 24,000 ਸਵਾਸ ਤੈਨੂੰ ਅਮੋਲਕ ਮਿਲ ਰਹੇ ਨੇ, ਕੀਮਤੀ ਮਿਲ ਰਹੇ ਨੇ। ਇਹਨਾਂ ਨੂੰ ਐਵੇਂ ਬਿਰਥਾ ਨਾ ਗਵਾ, ਇਹਨਾਂ ਨੂੰ ਸਫਲਿਆ ਕਰ। ਨਾਮ ਜਪ ਕੇ ਸਿਮਰਨ ਕਰਕੇ ਸਫਲਾ ਕਰਨਾ ਕਰ। ਇਸ ਨੂੰ ਸਤਿਗੁਰੂ ਜੀ ਦੇ 59 ਸ਼ਬਦ, 57 ਸ਼ਲੋਕ, ਜਿਨ੍ਹਾਂ ਨੂੰ ਭੋਗ ਦੇ ਸ਼ਲੋਕ ਵੀ ਕਿਹਾ ਜਾਂਦਾ ਹੈ, ਨਾਵੇਂ ਮਹੱਲੇ ਦੇ ਸ਼ਲੋਕ। ਸਤਿਗੁਰੂ ਜੀ ਨੇ 15 ਰਾਗਾਂ ਦੇ ਵਿੱਚ ਗੁਰਬਾਣੀ ਉਚਾਰਨ ਕੀਤੀ ਹੈ। ਇੱਕ ਰਾਗ ਜਿਹੜਾ ਜੈਜੈਵੰਤੀ ਰਾਗ 1352 ਅੰਗ ਤੇ, ਉਹ ਕੇਵਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਗਾਇਨ ਕੀਤਾ ਹੈ। 30 ਰਾਗ ਪਹਿਲਾਂ, 31ਵਾਂ ਰਾਗ ਜੈਜੈਵੰਤੀ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦਾ ਆਖਰੀ ਰਾਗ ਹੈ, ਉਸ ਦੇ ਵਿੱਚ ਕੇਵਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਬਾਣੀ ਹੈ। 4 ਸ਼ਲੋਕ ਨੇ ਸਤਿਗੁਰਾਂ ਦੇ, ਜਿੱਥੇ ਆਪ ਜੀ ਸਰਵਣ ਕਰਦੇ ਹੋ। ਬੀਤ ਜਹ ਜਨਮ ਅਕਾਜਰੇ, ਨਿਸਦਰ ਸੁਨ ਕੈ ਪ੍ਰਾਨ, ਕਾਲ ਤੋਂ ਪਹੁੰਚਿਓ ਆਨ, ਕਹਾਂ ਜਹ ਭਾਜਰੇ। ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀਆਂ ਦੇ ਜੀਵਨ ਵਿੱਚੋਂ ਕੁਝ ਕੁ ਝਲਕ ਆਪ ਜੀ ਦੇ ਨਾਲ ਸਾਂਝੀ ਕਰਨ ਦਾ ਯਤਨ ਕਰਾਂਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਸਤਿਕਾਰਯੋਗ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ, ਸਤਿਕਾਰਯੋਗ ਮਾਤਾ ਨਾਨਕੀ ਜੀ ਦੀ ਪਾਵਨ ਪਵਿੱਤਰ ਕੁੱਖ ਚੋਂ, ਜਿੱਥੇ ਅੰਮ੍ਰਿਤਸਰ ਸਾਹਿਬ ਜੀ ਵਿਖੇ ਅਸਥਾਨ ਹੈ ਗੁਰੂ ਕੇ ਮਹਿਲ, ਜਿਹੜਾ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੇ ਸਮੇਂ ਤੇ ਬਣਿਆ ਹੋਇਆ ਅਸਥਾਨ ਗੁਰੂ ਕੇ ਮਹਿਲ। ਉੱਥੇ ਸਤਿਗੁਰੂ ਜੀ ਦਾ ਪ੍ਰਕਾਸ਼ 1621 ਈਸਵੀ ਨੂੰ ਹੋਇਆ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪਹਿਲਾ ਨਾਮ ਜਿਹੜਾ ਹੈ ਇਤਿਹਾਸ ਦੇ ਵਿੱਚ ਤਿਆਗ ਮਲ ਕਰਕੇ ਆਇਆ ਹੈ। ਸਤਿਗੁਰੂ ਜੀ ਦਾ ਨਾਮ ਤਿਆਗ ਮਲ ਕਰਕੇ ਹੈ। ਉਧਰੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨ ਤੇ ਸੁਸ਼ੋਭਿਤ ਨੇ। ਸ੍ਰੀ ਆਸਾ ਜੀ ਦੀ ਵਾਰ ਦਾ ਕੀਰਤਨ ਹੋ ਰਿਹਾ, ਆਸਾ ਜੀ ਦਾ ਵਾਰ ਦਾ ਕੀਰਤਨ ਹੋ ਰਿਹਾ, ਸਮਾਪਤੀ ਹੋਈ, ਅਰਦਾਸ ਹੋਈ।
ਕਿਸੇ ਸਿੱਖ ਨੇ ਜਾ ਕਰਕੇ ਦੱਸਣਾ ਕੀਤਾ ਕਿ हे ਸਤਿਗੁਰੂ ਜੀ, ਆਪ ਜੀ ਦੇ ਘਰ ਦੇ ਵਿੱਚ ਪੁੱਤਰ ਨੇ ਪ੍ਰਕਾਸ਼ ਧਾਰਨਾ ਕੀਤਾ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨਾਲ ਕੁਝ ਸਿੱਖ ਨਾਲ ਬਾਬਾ ਬਿਧੀ ਚੰਦ ਜੀ ਗੁਰੂ ਕੇ ਮਹਿਲਾ ਵਾਲੇ ਅਸਥਾਨ ਤੇ ਗਏ ਨੇ। ਸਤਿਗੁਰੂ ਜੀ ਨੇ ਜਾ ਕਰਕੇ ਉਹ ਜੋ ਕੁਝ ਕੁ ਸਮੇਂ ਦਾ, ਕੁਝ ਕੁ ਘੰਟਿਆਂ ਦਾ ਬਾਲਕ ਉਸ ਨੂੰ ਆਪਣੀ ਗੋਦ ਦੇ ਵਿੱਚ, ਆਪਣੇ ਹੱਥਾਂ ਦੇ ਵਿੱਚ ਲੈਣਾ ਕੀਤਾ। ਸਤਿਗੁਰਾਂ ਨੇ ਹੱਥਾਂ ਦੇ ਵਿੱਚ ਲੈ ਕਰਕੇ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਪੁੱਤਰ ਨੂੰ ਸੀਸ ਝੁਕਾਉਣਾ ਕੀਤਾ। ਇਤਿਹਾਸ ਕਹਿੰਦਾ ਥੋੜਾ ਸੀਸ ਝੁਕਾਇਆ। ਸਤਿਕਾਰਯੋਗ ਬਾਬਾ ਬਿਧੀ ਚੰਦ ਜੀ ਨੇ ਕਹਿਣਾ ਕੀਤਾ, ਸਤਿਗੁਰੂ ਜੀ, ਪੁੱਤਰ ਪਹਿਲਾਂ ਵੀ ਆਪ ਜੀ ਦੇ ਘਰ ਦੇ ਅੰਦਰ ਨੇ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਹਨਾਂ ਤੋਂ ਪਹਿਲਾਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਘਰ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ, ਦੂਸਰੇ ਬਾਬਾ ਅਟਲ ਰਾਏ ਜੀ, ਬਾਬਾ ਅਣੀ ਰਾਏ ਜੀ, ਬਾਬਾ ਸੂਰਜਮਲ ਜੀ, ਇਹ ਪੰਜਵੇਂ ਪੁੱਤਰ ਤੇ ਛੇਵੀਂ ਸੰਤਾਨ, ਕਿਉਂਕਿ ਇੱਕ ਪੁੱਤਰੀ ਸੀ ਸਤਿਗੁਰਾਂ ਦੀ ਬੀਬੀ ਵੀਰੋ ਜੀ। ਇਹ ਛੇਵੀਂ ਸੰਤਾਨ ਸਤਿਗੁਰਾਂ ਦੇ ਘਰ ਦੇ ਵਿੱਚ ਪੈਦਾ ਹੋਏ, ਪ੍ਰਗਟ ਹੋਏ, ਪ੍ਰਕਾਸ਼ ਹੋਇਆ। ਬਾਬਾ ਬਿਧੀ ਚੰਦ ਜੀ ਨੇ ਕਹਿਣਾ ਕੀਤਾ, ਸਤਿਗੁਰੂ ਜੀ, ਇਸ ਬੱਚੇ ਨੂੰ ਇੰਨਾ ਸਤਿਕਾਰ ਕਿਉਂ? ਸਤਿਗੁਰਾਂ ਨੇ ਕਹਿਣਾ ਕੀਤਾ, ਇਹ ਮੇਰਾ ਬੱਚਾ, ਇਹ ਮੇਰਾ ਪੁੱਤਰ ਆਉਣ ਵਾਲੇ ਸਮੇਂ ਦੇ ਵਿੱਚ ਦੀਨ ਦੁਨੀਆ ਦੀ ਰਾਖੀ ਬਦਲੇ। ਜੋ ਕੁਝ ਇਹ ਕੁਝ ਕਰਕੇ ਵਿਖਾ ਦੇਵੇਗਾ, ਨਾ ਕਿਸੇ ਨੇ ਕੀਤਾ, ਨਾ ਕੋਈ ਕਰੇਗਾ। ਕੋ ਸਤਨਾਮ। ਜੋ ਕੁਝ ਕਰਕੇ ਵਿਖਾਵੇਗਾ, ਜੋ ਕੁਝ ਕਰੇਗਾ, ਕਿਸੇ ਨੇ ਨਾ ਕੀਤਾ, ਨਾ ਕੋਈ ਕਰੇਗਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਥੋੜੇ ਵੱਡੇ ਹੋਏ ਨੇ। ਇਤਿਹਾਸ ਕਹਿੰਦਾ ਸਤਿਗੁਰਾਂ ਨੂੰ ਜਿਹੜੀ ਵਿਦਿਆ ਹੈ, ਪੜ੍ਹਾਈ ਹੈ, ਤਾਲੀਮ ਹੈ, ਉਹ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਨੇ ਦੇਣੀ ਕੀਤੀ ਹੈ। ਜਿਹੜੀ ਅਖਰੀ ਵਿਦਿਆ ਹੈ ਉਹ ਭਾਈ ਗੁਰਦਾਸ ਜੀ ਨੇ, ਹੋਰ ਸ਼ਾਸਤਰ ਵਿਦਿਆ, ਹੋਰ ਜਿਹੜੀ ਵਿਦਿਆ ਹੈ ਉਹ ਬਾਬਾ ਬੁੱਢਾ ਜੀ ਨੇ ਦੇਣੀ ਕੀਤੀ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੀ ਸਰੀਰਕ ਤੌਰ ਤੇ ਆਯੂ ਉਮਰ ਜਿਹੜੀ ਹੈ ਉਹ 4 ਕੁ ਸਾਲ ਦੀ ਹੈ, ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਦਾ ਆਨੰਦ ਕਾਰਜ ਰਚਾਇਆ ਹੈ, ਵਿਆਹ ਰਚਾਇਆ ਹੈ। ਦੇਖਿਓ 4 ਸਾਲ ਦੀ ਸਤਿਗੁਰਾਂ ਜੀ ਦੀ ਉਮਰ ਹੈ। ਕਹਿੰਦੇ ਜਦੋਂ ਬਾਬਾ ਗੁਰਦਿੱਤਾ ਜੀ ਦੀ ਬਰਾਤ ਚੜ੍ਹੀ ਹੈ, ਬਰਾਤ ਚੱਲੀ ਹੈ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ, ਬਹੁਤ ਸਾਰੇ ਲੋਕ ਦੇਖਣ ਵਾਸਤੇ ਆਏ ਨੇ। ਇਸੇ ਹੀ ਨਗਰ ਦੇ, ਸ਼ਹਿਰ ਦੇ ਵਿੱਚੋਂ ਕੁਝ ਬਾਲਕ ਵੀ ਬਰਾਤ ਚੜ੍ਹਦੀ ਨੂੰ ਦੇਖਣ ਵਾਸਤੇ ਆਏ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਸਤਿਕਾਰਯੋਗ ਮਾਤਾ ਨਾਨਕੀ ਜੀ ਨੇ ਬੜੀ ਸੁੰਦਰ ਪੁਸ਼ਾਕ ਪਹਿਨਾਈ ਹੋਈ ਹੈ। ਭਰਾ ਦਾ ਵਿਆਹ ਹੈ, ਬਰਾਤ ਜਾਣੀ ਹੈ, ਬਰਾਤੇ ਜਾਣਾ। ਬੜੀ ਸੁੰਦਰ ਪੁਸ਼ਾਕ ਪਹਿਨਾਈ ਹੋਈ। ਕਹਿੰਦੇ ਜਦੋਂ ਬਰਾਤ ਚੜ੍ਹ ਰਹੀ ਹੈ, ਇੱਕ ਬਾਲਕ ਦੇਖਿਆ ਸਤਿਗੁਰਾਂ ਨੇ ਆਪਣੀਆਂ ਅੱਖਾਂ ਦੇ ਨਾਲ। ਠੰਡ ਦਾ ਮੌਸਮ ਹੈ, ਸਰਦੀਆਂ ਦਾ ਮੌਸਮ। ਉਸ ਬੱਚੇ ਦੇ ਤਨ ਦੇ ਉੱਤੇ ਕੋਈ ਕੱਪੜਾ ਨਹੀਂ। ਛੇਤੀ ਦੇ ਨਾਲ ਦੌੜ ਕਰਕੇ ਭੱਜ ਕੇ ਉਸ ਬੱਚੇ ਦੇ ਕੋਲ ਗਏ ਨੇ ਸਤਿਗੁਰੂ ਜੀ। ਜਾ ਕਰਕੇ ਉਸ ਬੱਚੇ ਨੂੰ ਕਹਿਣਾ ਕੀਤਾ ਕਿ ਵੀਰ, ਕੀ ਗੱਲ ਤੇਰੀ ਮਾਂ ਨੇ ਤੈਨੂੰ ਕੋਈ ਕੱਪੜਾ, ਤੈਨੂੰ ਕੋਈ ਬਸਤਰ ਪਹਿਨਣ ਵਾਸਤੇ ਨਹੀਂ ਦਿੱਤਾ? ਠੰਡ ਦਾ ਮੌਸਮ ਹੈ, ਸਰਦੀ ਦਾ ਮੌਸਮ ਹੈ, ਤੂੰ ਤਨ ਤੇ ਕੋਈ ਕੱਪੜਾ, ਕੋਈ ਲੀੜਾ ਕੱਪੜਾ ਨਹੀਂ ਪਹਿਨਿਆ ਹੋਇਆ। ਕੀ ਕਾਰਨ? ਤੇਰੀ ਮਾਂ ਨੇ ਕਿਉਂ ਨਹੀਂ ਦੇਣਾ ਕੀਤਾ ਤੈਨੂੰ ਕੋਈ ਬਸਤਰ? ਉਸ ਬੱਚੇ ਨੇ ਕਹਿਣਾ ਕੀਤਾ, ਭਰਾ, ਕਿਹੜੀ ਮਾਂ ਚਾਹੁੰਦੀ ਆ ਕਿ ਠੰਡ ਦੇ ਮੌਸਮ ਦੇ ਵਿੱਚ ਮੇਰਾ ਪੁੱਤਰ ਤਨ ਤੋਂ ਨੰਗਾ ਹੋਵੇ? ਕੋਈ ਮਾਂ ਨਹੀਂ ਚਾਹੁੰਦੀ ਕਿ ਮੇਰਾ ਪੁੱਤਰ, ਮੇਰਾ ਧੀ ਪੁੱਤਰ ਠੰਡ ਦੇ ਮੌਸਮ ਦੇ ਵਿੱਚ ਤਨ ਤੋਂ ਨੰਗਾ ਹੋਵੇ। ਸਤਿਗੁਰਾਂ ਨੇ ਕਹਿਣਾ ਕੀਤਾ, ਕਾਰਨ ਕੀ? ਕਹਿਣਾ ਕੀਤਾ, ਕਾਰਨ ਇਹ
ਕਿ ਮੇਰੀ ਮਾਂ ਦੇ ਕੋਲ ਮੇਰੇ ਤਨ ਢੱਕਣ ਦੇ ਵਾਸਤੇ ਕੋਈ ਕੱਪੜਾ ਹੀ ਨਹੀਂ। ਆਖੋ ਸਤਨਾਮ। ਮੇਰਾ ਤਨ ਢੱਕਣ ਦੇ ਵਾਸਤੇ ਕੋਈ ਕੱਪੜਾ ਨਹੀਂ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਉਸੇ ਵੇਲੇ ਆਪਣੀ ਪੁਸ਼ਾਕ ਲਾਉਣੀ ਕੀਤੀ, ਉਸ ਬੱਚੇ ਨੂੰ ਪਹਿਨਾ ਦਿੱਤੀ, ਉਸ ਬੱਚੇ ਦਾ ਤਨ ਢੱਕ ਦਿੱਤਾ। ਸਰੀਰਕ ਤੌਰ ਤੇ 4 ਸਾਲ ਦੀ ਉਮਰ ਹੈ, ਪਰ ਉਪਕਾਰੀ ਪਾਤਸ਼ਾਹ ਮਹਾਰਾਜ ਜੀ ਖਿਆਲ ਕਰਿਓ, ਅੱਜ ਕਿਸੇ ਬੱਚੇ ਦਾ ਤਨ ਢੱਕਣਾ ਕੀਤਾ, ਇਹੀ ਅੱਜ ਤਿਆਗ ਵਾਲੇ, ਇਹੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਣ ਕਰਕੇ ਦੁਨੀਆ ਦੇ ਧਰਮ ਨੂੰ ਢੱਕਣਾ ਕਰਨਗੇ। ਆਖੋ ਸਤਨਾਮ। ਦੁਨੀਆ ਦੇ ਧਰਮ ਨੂੰ ਬਚਾਉਣਾ ਕੀਤਾ। ਬੜਾ ਸੁੰਦਰ ਲਿਖਿਆ ਵਿਦਵਾਨਾਂ ਨੇ, ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਤੋਰਨਾ ਕੀਤਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੂੰ ਦੀਨ ਦਿਆਲ ਪਾਤਸ਼ਾਹ ਪਰ ਉਪਕਾਰੀ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਭਾਵੇਂ ਉਸ ਧਰਮ ਦੇ ਨਾਲ ਕੋਈ ਸੰਬੰਧ ਨਹੀਂ, ਤਿਲਕ ਜੰਜੂ ਦੇ ਨਾਲ ਕੋਈ ਸੰਬੰਧ ਨਹੀਂ, ਪਰ ਸਤਿਗੁਰਾਂ ਨੇ ਕਹਿਣਾ ਕੀਤਾ, ਸਾਡਾ ਹੈ ਕੰਮ ਜ਼ੁਲਮ ਨੂੰ ਠੱਲ ਪਾਉਣਾ। ਅਸੀਂ ਜ਼ੁਲਮ ਕੋਈ ਧੱਕੇ ਦੇ ਨਾਲ ਕਵੇ ਕਿ ਮੈਂ ਖਤਮ ਕਰ ਦੇਣਾ, ਜੰਜੂ ਉਤਾਰ ਦੇਣੇ ਨੇ, ਤਿਲਕ ਵਾਲਿਆਂ ਨੂੰ ਰਹਿਣ ਨਹੀਂ ਦੇਣਾ, ਇਹ ਅਸੀਂ ਹੋਣ ਨਹੀਂ ਦੇਵਾਂਗੇ। ਆਪ ਜੀ ਜਾਣਦੇ ਹੋ, ਕਿਸੇ ਦੇ ਧਰਮ ਖਾਤਰ ਆਪਣਾ ਆਪ ਕੁਰਬਾਨ ਕਰ ਦਿੱਤਾ, ਨਾਲ ਸਿੰਘ ਜਿਹੜੇ ਨੇ, ਸਿੱਖ ਜਿਹੜੇ ਨੇ, ਉਹ ਸ਼ਹੀਦੀਆਂ ਪ੍ਰਾਪਤ ਕਰ ਗਏ ਨੇ। ਪਰ ਬੇਨਤੀ ਕਰ ਦੇਵਾਂ, ਅੱਜ ਉਹੀ ਲੋਕ, ਅਕਿਰਤ ਕਣ ਲੋਕ ਸਤਿਗੁਰਾਂ ਦੇ ਕੀਤੇ ਹੋਏ ਪਰਮ ਉਪਕਾਰ ਨੂੰ ਭੁੱਲ ਗਏ ਨੇ, ਜਿਨ੍ਹਾਂ ਨੂੰ ਅੱਜ ਕੇਸਰੀ ਵੀ ਚੰਗਾ ਨਹੀਂ ਲੱਗਦਾ। ਤੋ ਸਤਨਾਮ। ਕੇਸਰੀ ਨਿਸ਼ਾਨ ਸਾਹਿਬ ਵੀ ਝੂਲਦਾ, ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਖਿਆਲ ਕਰਿਓ, ਇਹ ਕੇਸਰੀ ਨਿਸ਼ਾਨ ਜਿਹੜਾ ਹੈ ਇਹ ਦੁਨੀਆ ਦੇ ਕੋਨੇ-ਕੋਨੇ ਤੇ ਝੂਲਦਾ ਹੈ। ਕੇਸਰੀ ਨਿਸ਼ਾਨ ਸਾਹਿਬ ਜਿਹੜਾ ਹੈ ਇਹ ਦੁਨੀਆ ਦੇ ਕੋਨੇ-ਕੋਨੇ ਤੇ ਝੂਲਦਾ ਹੈ। ਅੱਜ ਕਈਆਂ ਨੇ ਵਿਰੋਧਤਾ ਕਰਨੀ ਕੀਤੀ, ਕਈਆਂ ਆਪਣਿਆਂ ਨੇ ਵੀ ਕਹਿਣਾ ਕੀਤਾ ਨਹੀਂ ਸੀ ਝੁਲਾਉਣਾ ਚਾਹੀਦਾ ਕੇਸਰੀ ਨਿਸ਼ਾਨ। ਇੱਕ ਬੇਨਤੀ ਕਰ ਦੇਵਾਂ ਗੁਰੂ ਕਿਉ ਸਿੱਖੋ, ਜਿਤਨੀ ਦੇਰ ਤੱਕ ਤੁਹਾਡੀ ਅਗਵਾਈ ਕੇਸਰੀ ਨਿਸ਼ਾਨ ਸਾਹਿਬ ਕਰੇਗਾ, ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਕੋਈ ਜਿੱਤ ਸਕੇ। ਜਦੋਂ ਕੇਸਰੀ ਨਿਸ਼ਾਨ ਨਾ ਰਿਹਾ, ਤੁਸੀਂ ਅੱਜ ਵੀ ਹਾਰੇ ਤੇ ਤੁਸੀਂ ਕੱਲ ਵੀ ਹਾਰੇ। ਜਿਤਨੀ ਦੇਰ ਤੱਕ ਤੁਹਾਡੀ ਅਗਵਾਈ ਕੇਸਰੀ ਕਰੇਗਾ, ਉਤਨੀ ਦੇਰ ਤੱਕ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਨੂੰ ਜਿੱਤ ਸਕੇ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ, ਮੈਂ ਥੋੜਾ ਜਿਹਾ ਬਾਹਰ ਜਾ ਕੇ ਆਪ ਜੀ ਦੇ ਨਾਲ ਵਿਚਾਰ ਕਰਾਂਗੇ ਕਿ ਹੁਣ ਦੇ ਸਮੇਂ ਦੀ ਜ਼ਰੂਰਤ ਹੈ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਜਦੋਂ ਮਾਧੋ ਦਾਸ ਬੈਰਾਗੀ ਨੂੰ ਅੰਮ੍ਰਿਤ ਛਕਾ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਪੰਜਾਬ ਦੀ ਧਰਤੀ ਵੱਲ ਤੋਰਿਆ ਦੱਖਣ ਤੋਂ, ਤੇ ਸਤਿਗੁਰਾਂ ਨੇ ਖਿਆਲ ਕਰਿਓ ਕੀ ਦੇਣਾ ਕੀਤਾ, ਇੱਕ ਨਿਸ਼ਾਨ ਦੇਣਾ ਕੀਤਾ। ਨਿਸ਼ਾਨ ਸਾਹਿਬ ਨਿਸ਼ਾਨ ਦਿੱਤਾ, ਇੱਕ ਨਗਾਰਾ ਦਿੱਤਾ, 5 ਤੀਰ ਦੇਣੇ ਕੀਤੇ। ਉਹ ਬਖਸ਼ੀ ਜੇ ਅੱਜ ਦਾ ਸਮਾਂ ਹੁੰਦਾ ਨਾ, ਜੇ ਸਾਡੇ ਵਰਗੇ ਅੱਜ ਬਹੁਤੇ ਵਿਦਵਾਨ ਹੁੰਦੇ ਤੇ ਉਹਨਾਂ ਕਹਿਣਾ ਸੀ ਅੱਜ ਦੇ ਸਮੇਂ ਦੇ ਅਨੁਸਾਰ ਕਹਿੰਦੇ ਵੀ ਕੇਵਲ 5 ਤੀਰ, 5 ਤੀਰਾਂ ਦੇ ਨਾਲ ਸਰਹੰਦ ਫਤਿਹ ਹੋ ਜਾਵੇਗੀ। ਸਵਾਲ ਜਵਾਬ ਹੋਣੇ ਸੀ ਜਿੱਦਾਂ ਅੱਜ ਦੇ ਸਮੇਂ ਦੇ ਵਿੱਚ ਕਰਦੇ ਨੇ ਬਹੁਤੇ ਵਿਦਵਾਨ ਬਣੇ ਬੈਠੇ। ਨਹੀਂ, ਉਹਨਾਂ 5 ਤੀਰਾਂ ਦੇ ਵਿੱਚ ਬਖਸ਼ਿਸ਼ੀ ਗੁਰੂ ਦਾ ਥਾਪੜਾ ਸੀ। ਉਹਨਾਂ 5 ਤੀਰਾਂ ਦੇ ਨਾਲ, ਨਿਸ਼ਾਨ ਦੀ ਅਗਵਾਈ ਦੇ ਨਾਲ, ਨਗਾਰੇ ਦੀ ਅਗਵਾਈ ਦੇ ਨਾਲ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਸੀ। ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਇੱਟ ਦੇ ਨਾਲ ਇੱਟ ਖੜਕਾ ਦਿੱਤੀ, ਅਗਵਾਈ ਕੀਤੀ, ਕੇਸਰੀ ਨੇ ਕਰਨੀ ਕੀਤੀ ਉੱਥੇ। ਖਿਆਲ ਕਰਿਓ, ਇਹ ਕੇਸਰੀ ਦੁਨੀਆ ਦੇ ਕੋਨੇ-ਕੋਨੇ ਤੇ ਝੁਲਦਾ। ਇਹ ਕਿਸੇ ਜਥੇਬੰਦੀ ਦਾ ਨਹੀਂ, ਇਹ ਕਿਸੇ ਪਾਰਟੀ ਦਾ ਨਹੀਂ, ਇਹ ਕਿਸੇ ਇੱਕ ਦੇਸ਼ ਦਾ, ਇੱਕ ਸੂਬੇ ਦਾ ਨਹੀਂ, ਇਹ ਸਤਿਗੁਰਾਂ ਦਾ ਦਿੱਤਾ ਹੋਇਆ ਨਿਸ਼ਾਨ ਹੈ। ਦੁਨੀਆ ਦੇ ਕੋਨੇ-ਕੋਨੇ ਤੇ ਝੁਲਦਾ ਤੇ ਝੁਲਦਾ ਰਹਿਣਾ।
ਇੱਕ ਬੇਨਤੀ ਕਰ ਦੇਵਾਂ, ਜਿਨ੍ਹਾਂ ਨੇ ਲਾਲ ਕਿਲੇ ਤੇ ਜਾ ਕਰਕੇ ਕੇਸਰੀ ਝੁਲਾ ਦਿੱਤਾ, ਭਾਵੇਂ ਉਹਨਾਂ ਨੂੰ RSS ਵਾਲਾ ਕਹਿ ਦਿਓ, ਭਾਵੇਂ ਉਹ RSS ਵਾਲੇ ਹੋਣ, ਏਜੰਸੀਆਂ ਦੇ ਹੋਣ, ਸਰਕਾਰੀ ਹੋਣ, ਜਿਹੜੇ ਮਰਜ਼ੀ ਹੋਣ, ਪਰ ਜਿਨ੍ਹਾਂ ਨੇ ਉੱਥੇ ਕੇਸਰੀ ਝੁਲਾ ਦਿੱਤਾ, ਮੇਰਾ ਉਹਨਾਂ ਨੂੰ ਸੀਸ ਝੁਕਦਾ, ਮੇਰਾ ਉਹਨਾਂ ਨੂੰ ਸਜਦਾ ਹੈ। ਕਿੰਨਿਆਂ ਸਾਲਾਂ ਬਾਅਦ ਇਤਿਹਾਸ ਰਚਤਾ ਉਹਨਾਂ ਨੇ ਜਾ ਕਰਕੇ, ਜਿਨ੍ਹਾਂ ਦੀ ਕੋਈ ਵੈਲਿਊ ਨਹੀਂ। ਤੁਹਾਡੇ ਅਕਾਲ ਤਖਤ ਸਾਹਿਬ ਜੀ ਤੇ ਉਹਨਾਂ ਨੇ ਆਪਣਾ ਤਿਰੰਗਾ ਚੜਾਇਆ ਸੀ, ਤਿਰੰਗਾ, ਕਿਉਂਕਿ ਇਹ ਅਕਾਲ ਤਖਤ ਸਾਹਿਬ ਜਿਹੜਾ ਇਹ ਸਿੱਖਾਂ ਦਾ ਤਖਤ ਹੈ। ਤਖਤ ਤੇ 84 ਦੇ ਵਿੱਚ ਉਹਨਾਂ ਨੇ ਚੜਾਉਣਾ ਕੀਤਾ ਸੀ। ਬੇਨਤੀ ਕਰਦੇ ਹਾਂ, ਜਿਹੜੇ ਰੌਲਾ ਪਾਉਂਦੇ ਨੇ ਕਿ ਲਾਲ ਕਿਲੇ ਤੇ ਕਿਉਂ ਚੜਾਉਣਾ ਕੀਤਾ, ਖਿਆਲ ਕਰਿਓ, ਲਾਲ ਕਿਲਾ ਕਿਸੇ ਦੀ ਪਿਓ ਦੀ ਜਾਇਦਾਦ ਨਹੀਂ ਜੀ। ਲਾਲ ਕਿਲਾ ਕਿਸੇ ਦੀ ਜਾਇਦਾਦ ਨਹੀਂ, ਕਿਸੇ ਦਾ ਆਪਣਾ ਨਹੀਂ। ਉਹਨਾਂ ਸੂਰਮਿਆਂ ਨੂੰ, ਉਹਨਾਂ ਨੂੰ ਸਿੰਘਾਂ ਨੂੰ ਮੇਰਾ ਸਜਦਾ ਹੈ, ਜਿਨ੍ਹਾਂ ਨੇ ਨਿਸ਼ਾਨ ਚੜਾਉਣਾ ਕੀਤਾ ਹੈ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਅੱਜ ਇਹ ਲੋਕ ਭੁੱਲ ਗਏ ਨੇ। ਅੱਜ ਕੁਰਸੀ ਦੇ ਨਸ਼ੇ ਦੇ ਵਿੱਚ ਇਹਨਾਂ ਨੂੰ ਸਾਰਾ ਕੁਝ ਭੁੱਲ ਲਿਆ। ਜੇ ਦਿੱਲੀ ਦਾ ਤਖਤ ਹੈ ਤੇ ਇਹ ਸਤਿਗੁਰਾਂ ਜੀ ਦੀ ਕਿਰਪਾ ਦੇ ਨਾਲ ਹੀ ਹੈ, ਨਹੀਂ ਤੇ ਇਹ ਤਖਤ ਨਹੀਂ ਸੀ ਹੋਣਾ। ਇਹ ਸਤਿਗੁਰੂ ਜੀ ਦੇ ਪਰ ਉਪਕਾਰ ਦੇ ਨਾਲ, ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਹੈ, ਨਹੀਂ ਤੇ ਨਹੀਂ ਸੀ ਹੋਣਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਪਰ ਉਪਕਾਰੀ ਪਾਤਸ਼ਾਹ, ਜਿਨ੍ਹਾਂ ਨੇ ਸਰੀਰਕ ਤੌਰ ਤੇ ਉਮਰ 4 ਸਾਲ ਦੀ ਉਮਰ ਦੇ ਵਿੱਚ ਇੱਕ ਬੱਚੇ ਦਾ ਨਵੇਜ ਢੱਕਣਾ ਕੀਤਾ ਹੈ। ਸਮਾਂ ਆਪਣੀ ਚਾਲ ਦੇ ਨਾਲ ਚੱਲਦਾ ਰਿਹਾ। 7 ਸਾਲ ਜੀ ਦੀ ਸਰੀਰਕ ਤੌਰ ਤੇ ਸਤਿਗੁਰਾਂ ਜੀ ਦੀ ਉਮਰ ਹੋਈ ਤੇ ਘਰ ਦੇ ਵਿੱਚ ਇੱਕ ਬੜੀ ਵੱਡੀ ਘਟਨਾ ਵਾਪਰ ਗਈ। ਬਾਬਾ ਅਟਲ ਰਾਏ ਜੀ, ਜਿਨ੍ਹਾਂ ਦੇ ਅਸਥਾਨ ਤੇ ਜਾ ਕਰਕੇ ਆਪ ਜੀ ਦਰਸ਼ਨ ਕਰਦੇ ਹੋ, ਸਤਿਗੁਰੂ ਜੀ ਦੇ ਵੱਡੇ ਭਰਾਤਾ ਜੀ ਕਹਿੰਦੇ ਨੇ ਹਾਣੀਆਂ ਦੇ ਨਾਲ ਉਹ ਖੇਡ ਰਹੇ ਨੇ, ਹਾਣੀਆਂ ਦੇ ਨਾਲ ਖੇਡਦੇ ਨੇ। ਉਸ ਸਮੇਂ ਦੇ ਬੱਚੇ ਦੇ ਅਨੁਸਾਰ ਜਿੱਦਾਂ ਲੁਕਣ ਵਿੱਚ ਹੀ ਖੇਡਦੇ ਨੇ, ਕਹਿੰਦੇ ਖੇਡਦੇ ਨੇ, ਖੇਡਦਿਆਂ ਹਨੇਰਾ ਹੋ ਗਿਆ ਤੇ ਵਾਰੀ ਕਹਿੰਦੇ ਮੋਹਣ ਦੇ ਆ ਗਈ। ਜਿਹੜਾ ਹਾਣੀ ਸੀ ਕਹਿੰਦੇ ਮੋਹਣ ਦੇ ਵਾਰੀ ਆ ਗਈ। ਸਲਾਹ ਕੀਤੀ ਵੀ ਹਨੇਰਾ ਹੋ ਗਿਆ ਹੈ, ਕਹਿਣਾ ਕੀਤਾ ਹੁਣ ਹਨੇਰਾ ਹੋ ਗਿਆ, ਕੱਲ ਨੂੰ ਤੁਹਾਡੀ ਵਾਰੀ ਮੈਂ ਦੇ ਦੇਵਾਂਗਾ। ਕਹਿਣਾ ਕੀਤਾ ਚਲੋ ਕੋਈ ਨਹੀਂ, ਕੱਲ ਨੂੰ ਵਾਰੀ ਲੈ ਲਵਾਂਗੇ ਤੇਰੀ, ਤੇਰੇ ਸਿਰ ਵਾਰੀ ਆ ਗਈ ਹੈ। ਜਿਹਨੂੰ ਮੀਡੀ ਵੀ ਕਹਿੰਦੇ, ਮੀਡੀ ਤੇਰੇ ਸਿਰ ਆ ਗਈ ਹੈ। ਕਹਿੰਦੇ ਨੇ ਜਦੋਂ ਅਗਲਾ ਦਿਨ ਹੋਇਆ, ਉਧਰ ਕੀ ਘਟਨਾ ਵਾਪਰੀ ਕਿ ਮੋਹਣ ਜਿਹੜਾ ਰਾਤ ਨੂੰ ਕਹਿੰਦੇ ਸੱਪ ਲੜਨ ਦਾ ਕਰਕੇ ਕੋਈ ਚੜਾਈ ਕਰ ਗਿਆ ਬੱਚਾ। ਬਾਬਾ ਅਟਲ ਰਾਏ ਜੀ ਅਗਲਾ ਸਵੇਰ ਹੋਈ, ਅਗਲਾ ਦਿਨ ਹੋਇਆ ਤੇ ਗਏ ਨੇ ਬਾਹਰੋਂ ਜਾ ਕਰਕੇ ਆਵਾਜ਼ਾਂ ਮਾਰਦੇ ਨੇ, ਮੋਹਣ ਬਾਹਰ ਆ, ਬਾਹਰ ਕਿਉਂ ਨਹੀਂ ਆਉਂਦਾ, ਤੇਰੇ ਸਿਰ ਵਾਢੀ ਹੈ, ਤੂੰ ਵਾਢੀ ਦੇਣੀ ਕਰ। ਕਹਿੰਦੇ ਘਰਦਿਆਂ ਨੇ ਕਹਿਣਾ ਕੀਤਾ ਉਹ ਸੁੱਤਾ ਪਿਆ। ਬਾਬਾ ਅਟਲ ਰਾਏ ਜੀ ਨੇ ਕਹਿਣਾ ਕੀਤਾ ਉਹ ਵਾਢੀ ਦੇਣ ਦਾ ਮਾਰਾ ਸੁੱਤਾ ਆ, ਉਹਨੂੰ ਪਤਾ ਮੇਰੇ ਸਿਰ ਅੱਜ ਵਾਢੀ ਹੈ ਤੇ ਉਸ ਨੇ ਵਾਢੀ ਦੇਣੀ ਹੈ, ਉਹਨੂੰ ਆਵਾਜ਼ ਮਾਰੋ ਉਹ ਬਾਹਰ ਆਵੇ ਤੇ ਸਾਡੀ ਵਾਢੀ ਦੇਵੇ। ਪਰਿਵਾਰ ਨੇ ਕਹਿਣਾ ਕੀਤਾ ਕਿ ਜਿਸ ਅਨੀਂਦ ਦੇ ਵਿੱਚ ਉਹ ਸੌਂ ਗਿਆ ਉਹ ਸਾਡੀ ਆਵਾਜ਼ ਦੇ ਨਾਲ ਨਹੀਂ ਆ ਸਕਦਾ। ਕੋਈ ਸਤਨਾਮ। ਜਿਸ ਨੀਂਦ ਦੇ ਵਿੱਚ ਸੌਂ ਗਿਆ ਸਾਡੀ ਆਵਾਜ਼ ਦੇ ਨਾਲ ਨਹੀਂ ਆ ਸਕਦਾ। ਕਹਿੰਦੇ ਬਾਬਾ ਅਟਲ ਰਾਏ ਜੀ ਅੰਦਰ ਗਏ ਨੇ ਕਮਰੇ ਦੇ ਵਿੱਚ, ਜਿੱਥੇ ਉਸ ਬੱਚੇ ਦੀ ਲਾਸ਼ ਪਈ ਹੋਈ ਹੈ, ਹੱਥ ਦੇ ਵਿੱਚ ਖੁੰਡੀ ਹੈ, ਗਲ ਦੇ ਵਿੱਚ ਖੁੰਡੀ ਪਾ ਕੇ ਕਹਿਣਾ ਕੀਤਾ ਉੱਠ ਸੁੱਤਾ ਪਿਆ, ਸਾਡੀ ਵਾਢੀ ਦੇਣੀ ਕਰ। ਕਹਿੰਦੇ ਉਹ ਮੋਹਣ ਜਿਹੜਾ ਮ੍ਰਿਤਿੂ ਹੋਇਆ ਸੀ ਸੱਪ ਲੜਨ ਦੇ ਨਾਲ, ਚੜਾਈ ਕਰ ਗਿਆ ਸੀ, ਉੱਠ ਕੇ ਜਿਉਂਦਾ ਹੋ ਗਿਆ ਤੇ ਬਾਹਰ ਆ ਗਿਆ। ਬਾਹਰ ਆ ਗਿਆ ਉੱਠ ਕੇ ਸ਼ਹਿਰ ਦੇ ਵਿੱਚ ਬੜੀ ਵੱਡੀ ਚਰਚਾ ਹੋ ਗਈ। ਸਾਰੇ ਸ਼ਹਿਰ ਦੇ ਵਿੱਚ ਵੀ ਰਾਤ ਦਾ ਬੱਚਾ ਮ੍ਰਿਤਿੂ ਹੋ ਗਿਆ, ਚੜਾਈ ਕਰ ਗਿਆ, ਬਾਬਾ ਅਟਲ ਰਾਏ ਜੀ ਦੇ ਬਚਨਾਂ ਦੇ ਨਾਲ ਜੀਵਤ ਹੋ ਗਿਆ। ਇਸ ਗੱਲ ਦਾ ਪਤਾ ਲੱਗਾ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੂੰ ਪਤਾ ਲੱਗਣਾ ਕੀਤਾ ਕਿ ਮੇਰੇ ਪੁੱਤਰ ਨੇ ਸ਼ਕਤੀ ਵਿਖਾਉਣੀ ਕੀਤੀ ਹੈ, ਮੇਰੇ ਪੁੱਤਰ ਨੇ ਆਹ ਕੰਮ ਕਰ ਦਿੱਤਾ ਹੈ, ਮ੍ਰਿਤਿੂ ਬੱਚੇ ਨੂੰ ਜਿਉਂਦਾ ਕਰ ਦਿੱਤਾ। ਸਤਿਗੁਰੂ ਜੀ ਦੇ ਕੋਲ ਆਏ ਨੇ ਬਾਬਾ ਅਟਲ ਰਾਏ ਜੀ। ਸਤਿਗੁਰਾਂ ਨੇ ਕਹਿਣਾ ਕੀਤਾ ਬੜੀ ਵੱਡੀ ਗਲਤੀ ਕੀਤੀ, ਇੰਨੀ ਵੱਡੀ ਸ਼ਕਤੀ ਵਿਖਾਉਣੀ ਕੀਤੀ, ਕਿਸੇ ਮ੍ਰਿਤਿੂ ਨੂੰ ਜਿਉਂਦਾ ਕਰ ਦਿੱਤਾ।
ਸਤਿਗੁਰਾਂ ਨੇ ਕਹਿਣਾ ਕੀਤਾ, ਜਾਂ ਤੁਸੀਂ ਰਵੋਗੇ ਜਾਂ ਹੁਣ ਅਸੀਂ ਰਵਾਂਗੇ। ਜਾਂ ਤੂੰ ਰਵੇਗਾ ਜਾਂ ਹੁਣ ਅਸੀਂ ਰਵਾਂਗੇ। ਤੁਸੀਂ ਸ਼ਕਤੀ ਵਿਖਾਉਣੀ ਕੀਤੀ ਹੈ। ਖਿਆਲ ਕਰਿਓ ਬਾਬਾ ਅਟਲ ਰਾਏ ਜੀ ਚੜ੍ਹਾਈ ਕਰ ਗਏ ਨੇ, ਸੱਚਖੰਡ ਗਮਨ ਕਰ ਗਏ ਨੇ। ਸਤਿਗੁਰੂ ਜੀ ਦਾ ਪਿਤਾ ਗੁਰੂ ਦਾ ਉਪਦੇਸ਼ ਮੰਨਣਾ ਕੀਤਾ ਹੈ। ਕਹਿੰਦੇ ਨੇ ਬਾਬਾ ਅਟਲ ਰਾਏ ਜੀ ਚੜ੍ਹਾਈ ਕਰ ਗਏ ਨੇ, ਸੱਚਖੰਡ ਗਮਨ ਕਰ ਗਏ ਨੇ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਹੜੇ ਨਾਲ ਹੀ ਖੇਡਦੇ ਸਨ, ਬਹੁਤਾ ਕੋਈ ਉਮਰ ਦਾ ਫਰਕ ਨਹੀਂ ਸੀ। ਕਹਿੰਦੇ ਜਿਨ੍ਹਾਂ ਦੇ ਅੰਦਰ ਫਿਰ ਬੜਾ ਵੱਡਾ ਵੈਰਾਗ ਲੱਗਾ ਹੈ, ਕਿਉਂਕਿ ਭਰਾ ਸਨ। ਪਹਿਲਾਂ ਵੀ ਸਤਿਗੁਰੂ ਜੀ ਵੈਰਾਗ ਦੇ ਵਿੱਚ ਹੀ ਰਹਿੰਦੇ ਸਨ। ਬੜਾ ਵੱਡਾ ਵੈਰਾਗ ਲੱਗਾ। ਵੱਡੇ ਭਰਾਤਾ ਚੜ੍ਹਾਈ ਕਰ ਗਏ ਨੇ, ਸੱਚਖੰਡ ਗਮਨ ਕਰ ਗਏ ਨੇ। ਖਿਆਲ ਕਰਿਓ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਇਤਿਹਾਸ ਕਹਿੰਦਾ ਆਪਣੇ ਜੀਵਨ ਕਾਲ ਦੇ ਵਿੱਚ ਕਦੀ ਮੁਖ ਤੋਂ ਹੱਸੇ ਨਹੀਂ ਸਨ। ਸਤਿਗੁਰੂ ਜੀ ਕਦੇ ਹੱਸੇ ਨਹੀਂ ਸਨ ਆਪਣੇ ਮੁਖ ਤੋਂ। ਵੈਰਾਗ ਦੇ ਵਿੱਚ ਰਹਿੰਦੇ, ਜਦੋਂ ਸਤ ਸੰਗਤ ਦੇ ਵਿੱਚ ਜਾਂਦੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਦੇ ਦੀਵਾਨ ਦੇ ਵਿੱਚ ਜਾਂਦੇ, ਸਤਿਗੁਰੂ ਜੀ ਮਹਾਰਾਜ ਕਹਿੰਦੇ ਬਿਲਕੁਲ ਨੀਵੀਂ ਪਾ ਕੇ ਜਾਂਦੇ, ਸੀਸ ਝੁਕਾ ਕਰਕੇ ਜਾਂਦੇ ਸਤਿਗੁਰੂ ਜੀ। ਕੋ ਸਿੱਖਾਂ ਨੇ ਪੁੱਛਣਾ ਕੀਤਾ, ਸਤਿਗੁਰੂ ਜੀ ਤੁਹਾਡੇ ਛੋਟੇ ਸਪੁੱਤਰ ਜਦੋਂ ਸਤ ਸੰਗਤ ਦੇ ਵਿੱਚ ਆਉਂਦੇ ਨੇ ਬੜੀ ਨੀਵੀਂ ਪਾ ਕੇ ਆਉਂਦੇ ਨੇ, ਮੌਕਾ ਆਪਣਾ ਉੱਪਰ ਹੀ ਨਹੀਂ ਚੁੱਕਦੇ, ਕਾਰਨ ਕੀ? ਸਤਿਗੁਰਾਂ ਨੇ ਕਹਿਣਾ ਕੀਤਾ ਤੁਹਾਡੇ ਸਾਹਮਣੇ ਪੁੱਛ ਲਵਾਂਗੇ, ਸੰਗਤ 'ਚ ਹੀ ਪੁੱਛ ਲਵਾਂਗੇ। ਜਦੋਂ ਸਤਿਗੁਰੂ ਜੀ ਆਏ ਨੇ, ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਪੁੱਛਣਾ ਕੀਤਾ ਕਿ ਬੇਟਾ ਸਿੱਖ ਪੁੱਛਦੇ ਨੇ ਤੁਸੀਂ ਜਦੋਂ ਸਤ ਸੰਗਤ ਵਿੱਚ ਆਉਂਦੇ ਬੜੀ ਨੀਵੀਂ ਪਾ ਕੇ ਰੱਖਦੇ, ਆਪਣਾ ਸਿਰ ਉੱਪਰ ਨਹੀਂ ਕਰਦੇ, ਕਾਰਨ ਕੀ? ਹੱਥ ਜੋੜ ਕਰਕੇ ਕਹਿਣਾ ਕੀਤਾ ਹੈ ਸਤਿਗੁਰੂ ਜੀ ਪਿਤਾ ਗੁਰੂ ਜੀਓ, ਜਿਹੜਾ ਅੰਦਰ ਦੇ ਔਗੁਣਾਂ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਮੁਖ ਨਹੀਂ ਕੀਤਾ ਜਾ ਸਕਦਾ। ਕੋ ਸਤਨਾਮ। ਜਿਹੜਾ ਅੰਦਰ ਦੇ ਔਗੁਣਾਂ ਨੂੰ ਜਾਣਦਾ ਹੋਵੇ ਉਹਦੇ ਸਾਹਮਣੇ ਨਹੀਂ ਹੋਇਆ ਜਾ ਸਕਦਾ, ਉਹਦੇ ਸਾਹਮਣੇ ਮੁਖ ਨਹੀਂ ਕੀਤਾ ਜਾ ਸਕਦਾ। ਆਪ ਜੀ ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਹਰ ਸਮੇਂ ਤੇ ਸਿਮਰਨ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਦੇ ਵਿੱਚ ਜੁੜੇ ਰਹਿਣਾ। ਛੋਟੀ ਉਮਰ ਦੇ ਵਿੱਚ ਹੀ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਬੈਰਾਗੀ, ਪਰਉਪਕਾਰੀ, ਦੀਨ ਦੁਨੀਆ ਤੇ ਦਿਆਲ ਦਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਰੂਪ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਜਿਨ੍ਹਾਂ ਦਾ ਫਿਰ ਆਨੰਦ ਕਾਰਜ ਸਤਿਕਾਰਯੋਗ ਮਾਤਾ ਗੁਜਰੀ ਜੀ, ਜਿਨ੍ਹਾਂ ਦਾ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਜਿਨ੍ਹਾਂ ਨੂੰ ਅਸੀਂ ਪ੍ਰੇਮ ਦੇ ਨਾਲ ਮਾਤਾ ਗੁਜਰੀ ਜੀ ਵੀ ਕਹਿੰਦੇ ਆ, ਉਹਨਾਂ ਦੇ ਨਾਲ ਆਨੰਦ ਕਾਰਜ ਲਾਲ ਚੰਦ ਖੱਤਰੀ ਦੀ ਸਪੁੱਤਰੀ ਬਿਸ਼ਨ ਕੌਰ, ਮਾਤਾ ਦਾ ਨਾਮ, ਦੋ ਭਰਾ ਕਿਰਪਾਲ ਚੰਦ ਜਿਨ੍ਹਾਂ ਦੇ ਇਤਿਹਾਸ ਦੇ ਵਿੱਚ ਨਾਮ ਆਇਆ, ਕਰਤਾਰਪੁਰ ਸਾਹਿਬ ਜਿਨ੍ਹਾਂ ਦਾ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਣਾ ਕੀਤਾ ਹੈ। ਜਦੋਂ ਸਤਿਗੁਰੂ ਜੀ ਦਾ ਆਨੰਦ ਕਾਰਜ ਹੋਣਾ ਕੀਤਾ, ਉਸ ਤੋਂ ਉਪਰੰਤ ਆਪ ਜੀ ਜਾਣਦੇ ਹੋ ਕਿ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਜੀਵਨ ਕਾਲ ਦੇ ਵਿੱਚ 4 ਜੰਗਾਂ ਲੜਨੀਆਂ ਕੀਤੀਆਂ ਨੇ। 4 ਜੰਗਾਂ ਤੇ 4 ਹੀ ਜਿੱਤੀਆਂ ਨੇ। ਜਦੋਂ ਆਖਰੀ ਜੰਗ ਕਰਤਾਰਪੁਰ ਸਾਹਿਬ ਜੀ ਦੀ ਹੋਈ, ਜਿਸ ਦੇ ਵਿੱਚ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਬੜੇ ਤੇਗ ਦਾ ਜ਼ੋਰ ਵਿਖਾਉਣਾ ਕੀਤਾ ਹੈ। ਬੜੇ ਤੇਗ ਦੇ ਧਨੀ ਨੇ, ਜੰਗ ਦੇ ਵਿੱਚ ਬੜੀ ਸੂਰਮਤਾਈ ਦੇ ਨਾਲ, ਬੜੀ ਚੜ੍ਹਦੀ ਕਲਾ ਦੇ ਨਾਲ ਲੜੇ ਨੇ। ਪਹਿਲਾ ਨਾਮ ਸੀ ਤਿਆਗ ਮੱਲ। ਉਤੋਂ ਫਿਰ ਜਦੋਂ ਤੇਗ ਦੇ ਜ਼ੋਰ ਵਿਖਾਉਣੇ ਕੀਤੇ ਨੇ, ਸਤਿਗੁਰਾਂ ਨੇ ਨਾਮ ਫਿਰ ਤੇਗ ਬਹਾਦਰ ਰੱਖਣਾ ਕੀਤਾ। ਕੋ ਸਤਨਾਮ। ਤੇਗ ਬਹਾਦਰ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਜਦੋਂ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਪਰ ਪਰਿਵਾਰ ਸਮੇਤ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ ਚਲੇ ਗਏ ਨੇ। ਜਦੋਂ ਸਤਿਗੁਰਾਂ ਨੇ ਫਿਰ ਆਪਣੀ ਗੁਰਤਾ ਗੱਦੀ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੇ ਪੋਤੇ ਬਾਬਾ ਗੁਰਦਿੱਤਾ ਜੀ ਦੇ ਪੁੱਤਰ ਨੂੰ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਭਤੀਜੇ ਨੂੰ ਗੁਰਤਾ ਗੱਦੀ ਦੇਣੇ ਕੀਤੀ ਹੈ। ਪਹਿਲਾਂ ਆਪ ਜੀ ਜਾਣਦੇ ਹੋ, ਪਹਿਲਾਂ ਗੁਰਤਾ ਗੱਦੀ
ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਤੋਂ ਉਪਰੰਤ ਪੁੱਤਰ ਨੂੰ ਨਹੀਂ ਮਿਲਣੀ ਕੀਤੀ, ਪੋਤਰੇ ਨੂੰ ਮਿਲੀ ਹੈ। ਬਾਬਾ ਗੁਰਦਿੱਤਾ ਜੀ ਸਤਿਗੁਰਾਂ ਦੇ ਵੱਡੇ ਸੁਪੁੱਤਰ ਨੇ। ਉਹਨਾਂ ਦੇ ਦੋ ਪੁੱਤਰ ਨੇ, ਧੀਰ ਮੱਲ, ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀ ਛੋਟੇ ਸੁਪੁੱਤਰ ਨੇ। ਛੋਟੇ ਸੁਪੁੱਤਰ ਗੁਰੂ ਹਰ ਰਾਏ ਪਾਤਸ਼ਾਹ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੇਣੀ ਕੀਤੀ। ਮਾਤ ਨਾਨਕੀ ਨੇ ਹੱਥ ਜੋੜ ਕਰਕੇ ਕਹਿਣਾ ਕੀਤਾ, ਹੈ ਸਤਿਗੁਰੂ ਜੀ, ਆਪ ਜੀ ਨੇ ਗੁਰਤਾ ਗੱਦੀ ਪੋਤਰੇ ਨੂੰ ਦੇਣੀ ਕੀਤੀ ਹੈ। ਮੇਰਾ ਪੁੱਤਰ ਤੇਗ ਬਹਾਦਰ ਨਾ ਬਹੁਤਾ ਸੰਗਤ ਦੇ ਵਿੱਚ ਵਿਚਰਦਾ ਹੈ, ਨਾ ਜਿਹੜਾ ਹੈ ਕਿਸੇ ਦੇ ਨਾਲ ਬਹੁਤੀ ਗੱਲਬਾਤ ਕਰਦਾ, ਕਿਉਂਕਿ ਸਤਿਗੁਰੂ ਜੀ ਇਕਾਂਤ ਦੇ ਵਿੱਚ ਰਹਿੰਦੇ ਸਨ। ਕਹਿਣਾ ਕੀਤਾ, ਇਹਨਾਂ ਦਾ ਸਮਾਂ ਦੱਸਣਾ ਕਰੋ। ਫਿਰ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀਆਂ ਨੇ ਉੱਥੇ ਵਸਤੂਆਂ ਦੇਣੀਆਂ ਕੀਤੀਆਂ, 3 ਵਸਤੂਆਂ ਦੇਣੀਆਂ ਕੀਤੀਆਂ। ਇੱਕ ਆਪਣੇ ਹੱਥ ਦਾ ਰੁਮਾਲ ਦੇਣਾ ਕੀਤਾ, ਇੱਕ ਕਟਾਰ ਦੇਣੀ ਕੀਤੀ, ਇੱਕ ਪੋਥੀ ਦੇਣੀ ਕੀਤੀ। ਮਾਤ ਨਾਨਕੀ ਜੀ ਨੂੰ ਕਹਿਣਾ ਕੀਤਾ, ਆ ਰੁਮਾਲ ਮੇਰੇ ਪੁੱਤਰ ਨੂੰ ਦੇਵੀ, ਆ ਕਟਾਰ ਮੇਰੇ ਪੋਤਰੇ ਨੂੰ ਦੇਵੀ, ਆ ਜਿਹੜੀ ਪੋਥੀ ਹੈ ਇਹ ਮੇਰੀ ਨਹੁੰ ਨੂੰ ਦੇਣਾ ਕਰੀ। ਮਾਤ ਨਾਨਕੀ ਜੀ ਵਸਤੂਆਂ ਲੈ ਕਰਕੇ ਖੁਸ਼ ਹੋਏ ਨੇ। ਕਹਿਣਾ ਕੀਤਾ, ਤੇਰਾ ਪੁੱਤਰ ਆਉਣ ਵਾਲੇ ਹੁਣ ਨਹੀਂ, ਆਉਣ ਵਾਲੇ ਸਮੇਂ ਦੇ ਵਿੱਚ ਗੁਰਤਾ ਗੱਦੀ ਤੇ ਬੈਠੇਗਾ। ਗੁਰਤਾ ਗੱਦੀ ਤੇ ਬੈਠ ਕਰਕੇ ਜੋ ਪਰ ਉਪਕਾਰ ਤੇਰਾ ਪੁੱਤਰ ਕਰ ਦੇਵੇਗਾ, ਉਹ ਕਿਸੇ ਨੇ ਨਾ ਕੀਤਾ ਤੇ ਨਾ ਕੋਈ ਕਰੇਗਾ। ਕੋ ਸਤਨਾਮ। ਫਿਰ ਕਹਿਣਾ ਕੀਤਾ, ਆਪ ਜੀ ਬਕਾਲਾ ਨਗਰ ਵਿਖੇ ਜਾਣਾ ਕਰੋ, ਜਿਸ ਅਸਥਾਨ ਦਾ ਨਾਮ ਹੁਣ ਬਾਬਾ ਬਕਾਲਾ ਹੈ। ਸਤਿਗੁਰੂ ਜੀ ਦੇ ਚਰਨ ਪਰਸਨੇ ਕਰਕੇ ਉੱਥੇ ਨਾਮ ਫਿਰ ਬਾਬਾ ਬਕਾਲਾ ਦਾ ਨਾਮ ਸੀ। ਬਕਾਲਾ ਨਗਰ ਜਾਂ ਬਕਾਲਾ ਪਿੰਡ ਸੀਗਾ ਨਾਮ। ਉਸ ਅਸਥਾਨ ਤੇ ਭੇਜਣਾ ਕੀਤਾ, ਇੱਕ ਸਿੱਖ ਦੇ ਘਰ ਦੇ ਵਿੱਚ ਜਾਣਾ ਕੀਤਾ ਹੈ। ਜਿਸ ਅਸਥਾਨ ਤੇ ਜਾ ਕਰਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ 3 ਦਹਾਕਿਆਂ ਦੇ ਕਰੀਬ ਭੋਰੇ ਦੇ ਵਿੱਚ ਬੈਠ ਕਰਕੇ ਭਗਤੀ ਕਰਨੀ ਕੀਤੀ ਹੈ, ਸਿਮਰਨ ਕਰਨਾ ਕੀਤਾ। ਕੇਵਲ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਭਗਤੀ ਨਹੀਂ ਕਰਨੀ ਕੀਤੀ, ਨਾਲ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ ਨੇ ਵੀ ਉਹਨਾਂ ਸਮਾਂ ਭਗਤੀ ਕਰਨੀ ਕੀਤੀ ਹੈ। ਅੱਜ ਦੇ ਸਮੇਂ ਦੇ ਵਿੱਚ ਭਾਵੇਂ ਭੋਰਿਆਂ ਤੋਂ ਕਈਆਂ ਨੂੰ ਬੜੀ ਅਲਰਜੀ ਹੈ ਕਿ ਭੋਰੇ ਦਾ ਨਾਮ ਹੀ ਨਹੀਂ ਲੈਣਾ ਚਾਹੀਦਾ, ਭੋਰੇ ਤੇ ਹੋਣੇ ਨਹੀਂ ਚਾਹੀਦੇ। ਪਰ ਖਿਆਲ ਕਰਿਓ, ਇਕਾਗਰਤਾ ਆਪ ਜੀ ਨਿਤਨੇਮ ਕਰਦੇ ਹੋ ਨਾ। ਅੰਮ੍ਰਿਤ ਵੇਲੇ ਸਿਆਣੇ ਪੁਰਖ ਬੈਠੇ ਨੇ, ਰਾਗੀ ਸਾਹਿਬਾਨ ਬੈਠੇ ਨੇ, ਨਿਤਨੇਮ ਕਰਨ ਲੱਗੀਆਂ, ਗੁਰਬਾਣੀ ਪੜ੍ਹਨ ਲੱਗੀਆਂ, ਇਬਾਦਤ ਕਰਨ ਲੱਗੀਆਂ, ਹਰੇਕ ਇਨਸਾਨ ਚਾਹੁੰਦਾ ਕਿ ਇਕਾਗਰਤਾ ਹੋਵੇ, ਕਿ ਮੈਂ ਇਕਾਂਤ ਦੇ ਵਿੱਚ ਬੈਠਾ ਹੋਵਾਂ। ਇਕਾਗਰਤਾ ਹੋਣੀ ਜ਼ਰੂਰੀ ਹੈ। ਭੋਰਾ ਵੀ ਇਸ ਕਰਕੇ ਇਕਾਗਰਤਾ ਵਾਸਤੇ ਕਿ ਜਿਸ ਸਥਾਨ ਤੇ ਇਕਾਗਰਤਾ ਹੋਵੇ, ਇਕਾਗਰਤਾ ਦੇ ਵਿੱਚ ਬਹਿਣਾ। ਇਹ ਨਹੀਂ, ਹੁਣ ਇਹ ਵੀ ਗੱਲ ਸੱਚ ਆ ਵੀ ਅੱਜ ਦੇ ਸਮੇਂ ਦੇ ਵਿੱਚ ਕਈਆਂ ਨੇ ਭੋਰੇ ਬਣਾ ਕਰਕੇ ਕਰਮ ਕਰਨੇ ਕੀਤੇ, ਮਾੜੇ ਕਰਮ ਵੀ ਕਰਨੇ ਕੀਤੇ। ਪਰ ਖਿਆਲ ਕਰਿਓ, ਜਿਨ੍ਹਾਂ ਨੇ ਭੋਰਿਆਂ 'ਚ ਬੈਠ ਕਰਕੇ ਮਾੜੇ ਕਰਮ ਕਰਨੇ ਕੀਤੇ, ਉਹ ਜੇਲਾਂ ਭੋਗਦੇ ਪਏ ਨੇ। ਜਿਹੜਾ ਭੋਰੇ 'ਚ ਬੈਠ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੀ ਇਬਾਦਤ ਕੀਤੀ, ਭਗਤੀ ਕੀਤੀ, ਉਸੇ ਨੇ ਫਿਰ ਚਾਂਦਨੀ ਚੌਂਕ ਦੇ ਵਿੱਚ ਆਪਣਾ ਸੀਸ ਦੇਣਾ ਕੀਤਾ। ਕੋ ਸਤਨਾਮ। ਉਸੇ ਨੇ ਹੀ ਸੀਸ ਦੇਣਾ ਕੀਤਾ। ਕੇਵਲ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਭੋਰਾ ਨਹੀਂ, ਅਨੰਦਪੁਰ ਸਾਹਿਬ ਜੀ ਜਿੱਥੇ ਜਾ ਕਰਕੇ ਆਪ ਜੀ ਦਰਸ਼ਨ ਕਰਦੇ ਹੋ, ਜਿੱਥੇ ਸਤਿਗੁਰਾਂ ਦਾ ਘਰ, ਉੱਥੇ ਵੀ ਭੋਰਾ ਹੈ। ਸਤਿਗੁਰੂ ਜੀ ਉੱਥੇ ਵੀ ਇਕਾਂਤ ਦੇ ਵਿੱਚ ਬੈਠਿਆ ਕਰਦੇ ਸਨ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ, ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਬੈਠ ਕਰਕੇ ਜੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਨੇ ਆਪਣੀ ਬਾਣੀ ਦੇ ਵਿੱਚ ਵੀ ਫਰਮਾਨ ਕਰਨਾ ਕੀਤਾ ਹੈ ਕਿ ਮੇਰੇ ਮਾਤ ਨੇ, ਮੇਰੇ ਪਿਤਾ ਨੇ ਭਗਤੀ ਕਰਨੀ ਕੀਤੀ ਹੈ। ਕਿਉਂਕਿ ਜਿਸ ਕੁੱਖ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਪ੍ਰਕਾਸ਼ ਹੋਣਾ ਸੀ, ਉਸ ਕੁੱਖ ਨੂੰ ਤਿਆਰ ਕਰਦਿਆਂ, ਇਬਾਦਤ ਕਰਦਿਆਂ, ਭਗਤੀ ਕਰਦਿਆਂ 30 ਸਾਲ ਲੱਗ ਗਏ ਨੇ। ਹੁਣ ਜਿਸ ਕੁੱਖ ਦੇ ਵਿੱਚੋਂ ਮਾਂ ਚਾਹੁੰਦੀ ਹੈ, ਜਿਹੜੀ ਮਾਂ ਚਾਹੇ ਕਿ ਮੇਰੀ ਕੁੱਖ ਦੇ ਵਿੱਚੋਂ ਭਗਤ ਸੂਰਮਾ, ਦਾਨ ਕਰਨ ਵਾਲਾ, ਭਗਤੀ ਕਰਨ ਵਾਲਾ, ਨਾਮ ਜਪਣ ਵਾਲਾ, ਇਬਾਦਤ ਕਰਨ ਵਾਲਾ ਬੱਚਾ, ਧੀ ਪੁੱਤਰ ਪੈਦਾ ਹੋਵੇ, ਉਸ ਮਾਂ ਦੀ ਆਪਣੀ ਭਗਤੀ ਵੀ ਹੋਣੀ ਬੜੀ ਜ਼ਰੂਰੀ ਹੈ।
ਉਸ ਮਾਂ ਦਾ ਆਪਣਾ ਨਿਤਨੇਮ ਹੋਵੇ, ਸ੍ਰੀ ਸੁਖਮਨੀ ਸਾਹਿਬ ਜੀ ਦੀ ਗੁਰਬਾਣੀ ਹੋਵੇ, ਵਾਹਿਗੁਰੂ ਜੀ ਦਾ ਸਿਮਰਨ ਹੋਵੇ, ਨਿਤਨੇਮ ਹੋਵੇ, ਅੰਮ੍ਰਿਤ ਵੇਲੇ ਦਾ ਜਾਗਣਾ ਹੋਵੇ, ਪੁੱਤਰ ਪੈਦਾ ਹੋਵੇਗਾ। ਜੇ ਮਾਂ ਕਵੇ ਮੈਂ ਮੋਬਾਈਲ ਚਲਾ ਕੇ ਜਾਂ ਟੀਵੀ ਦੇਖ ਕਰਕੇ ਕੋਈ ਨਾਮ ਜਪਣ ਵਾਲਾ, ਸਿਮਰਨ ਕਰਨ ਵਾਲਾ ਧੀ ਪੁੱਤਰ ਪੈਦਾ ਕਰ ਲਵਾਂ ਤੇ ਨਹੀਂ ਹੋ ਸਕਦਾ। ਇਹ ਗੁਰਬਾਣੀ ਵੀ ਇਸ ਗੱਲ ਨੂੰ ਮੰਨਦੀ ਹੈ, ਸਾਇੰਸ ਵੀ ਇਸ ਗੱਲ ਨੂੰ ਮੰਨਦੀ ਹੈ। ਮਾਂ ਦੀ ਭਗਤੀ ਜਿਸ ਤਰ੍ਹਾਂ ਮਾਂ ਦਾ ਨੇਚਰ ਹੈ ਉਸੇ ਤਰ੍ਹਾਂ ਦਾ ਹੀ ਧੀ ਪੁੱਤਰ ਬੱਚਾ ਪੈਦਾ ਹੋਣਾ ਕਰੇਗਾ। ਇੰਨਾ ਸਮਾਂ ਲੱਗ ਗਿਆ, ਫਿਰ ਆਪ ਜੀ ਜਾਣਦੇ ਹੋ ਮੇਰਾ ਸਮਾਂ ਸਮਾਪਤ ਹੈ। ਫਿਰ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਤੇ ਮੱਖਣ ਸ਼ਾਹ ਲਵਾਣੇ ਨੇ ਸਤਿਗੁਰਾਂ ਜੀ ਨੂੰ ਪ੍ਰਗਟ ਕਰਨਾ ਕੀਤਾ। ਫਿਰ ਇਸੇ ਸਥਾਨ ਤੇ ਹੀ ਸਤਿਗੁਰਾਂ ਨੂੰ ਗੁਰਤਾ ਗੱਦੀ ਪ੍ਰਾਪਤ ਹੋਣੀ ਕੀਤੀ। ਐਸੇ ਦੀਨ ਦਿਆਲ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦੀ ਪਾਵਨ ਪਵਿੱਤਰ ਜਾਤ ਦੇ ਅੰਦਰ ਆਪ ਜੀ ਜੁੜ ਮਿਲ ਕਰਕੇ ਬੈਠੇ ਹੋ। ਦੁਬਾਰਾ ਫਿਰ ਮੈਂ ਆਰੰਭਤਾ ਦੇ ਵਿੱਚ ਬੇਨਤੀ ਕੀਤੀ ਸੀ, ਸਤਿਗੁਰਾਂ ਦਾ ਪ੍ਰਕਾਸ਼ ਦਿਹਾੜਾ ਦੁਨੀਆ ਦੇ ਕੋਨੇ-ਕੋਨੇ ਤੇ ਮਨਾਇਆ ਜਾ ਰਿਹਾ। ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੀਏ, ਸਤਿਗੁਰਾਂ ਜੀ ਦੀ ਗੁਰਬਾਣੀ ਨੂੰ ਪੜ੍ਹੀਏ, ਸੁਣੀਏ ਤੇ ਗੁਰਬਾਣੀ ਨੂੰ ਮੰਨੀਏ ਵੀ ਕਿ ਸਤਿਗੁਰੂ ਜੀ ਕੀ ਉਪਦੇਸ਼ ਕਰਦੇ ਨੇ। ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਓ। ਆ ਪੰਕਤੀਆਂ ਆਪਣੇ ਹਿਰਦੇ ਦੇ ਅੰਦਰ ਵਸਾ ਲਿਓ। ਤੁਹਾਡੇ ਸਮਾਗਮ ਕਰਵਾਏ, ਤੁਹਾਡੇ ਸਮਾਗਮਾਂ ਦੇ ਵਿੱਚ ਬੈਠਿਆ ਹੋਇਆ ਸਫਲਾ ਹੋ ਜਾਵੇਗਾ ਕਿ ਅੱਜ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਸਮਾਗਮ ਮਨਾਇਆ ਜਾ ਰਿਹਾ ਸੀ। ਸਤਿਗੁਰੂ ਜੀ ਕੀ ਉਪਦੇਸ਼ ਕਰ ਰਹੇ ਨੇ। ਇਹ ਉਪਦੇਸ਼ ਕੋਈ ਰਾਗੀ ਸਿੰਘਾਂ ਦਾ ਨਹੀਂ, ਕੋਈ ਕਥਾਵਾਚਕ ਦਾ ਨਹੀਂ, ਇਹ ਸਤਿਗੁਰੂ ਜੀ ਦਾ ਉਪਦੇਸ਼ ਹੈ। ਜਦੋਂ ਕੀਰਤਨ ਸੁਣਦੇ ਹੁੰਦੇ, ਗੁਰਬਾਣੀ ਸੁਣਦੇ ਹੁੰਦੇ, ਸ਼ਰਧਾ ਭਾਵਨਾ ਐਸੀ ਰੱਖਿਆ ਕਰੋ। ਇਹ ਸਤਿਗੁਰੂ ਜੀ ਆਪ ਬੋਲ ਰਹੇ ਨੇ, ਇਹ ਸਤਿਗੁਰੂ ਜੀ ਆਪ ਉਪਦੇਸ਼ ਕਰ ਰਹੇ ਨੇ, ਉਪਦੇਸ਼ ਦੇ ਰਹੇ ਨੇ ਆਪ। ਬੇਨਤੀ ਕਰਾਂ, ਜਦੋਂ ਕੀਰਤ ਗਾਇਨ ਕੀਤਾ ਜਾਂਦੀ ਹੈ ਗੁਰਬਾਣੀ, ਉਦੋਂ ਨਾਲ ਬੋਲਣਾ। ਜਦੋਂ ਰਹਿਰਾਸ ਸਾਹਿਬ ਜੀ ਦਾ ਪਾਠ ਹੋਵੇ, ਨਿਤਨੇਮ ਹੋਵੇ, ਮੈਂ ਦੇਖਿਆ ਹੈ ਕਿ ਸੰਗਤਾਂ ਉੱਚੀ ਉੱਚੀ ਨਾਲ ਬੋਲਦੀਆਂ ਨੇ, ਕਈ ਅੱਗੇ ਅੱਗੇ ਬੋਲੀ ਜਾਂਦੀਆਂ ਨੇ। ਨਹੀਂ, ਇੱਦਾਂ ਗੁਰਬਾਣੀ ਦਾ ਅਪਮਾਨ ਹੁੰਦਾ ਹੈ। ਸਤ ਸੰਗਤ ਦੇ ਵਿੱਚ ਆਏ ਆ, ਗੁਰਬਾਣੀ ਇੱਕ ਜਾਣਾ ਪੜ੍ਹਦਾ ਹੈ, ਬਾਕੀਆਂ ਨੇ ਸੁਣਨਾ ਹੈ। ਕਈ ਵਾਰ ਇੱਦਾਂ ਵੀ ਹੁੰਦਾ, ਹੁਕਮਨਾਮਾ ਸਿੰਘ ਲੈ ਰਿਹਾ ਹੁੰਦਾ ਤੇ ਸਾਨੂੰ ਹੁਕਮਨਾਮਾ ਜ਼ੁਬਾਨੀ ਯਾਦ ਹੁੰਦੇ ਆ, ਅਸੀਂ ਅੱਗੇ ਅੱਗੇ ਹੁਕਮਨਾਮਾ ਬੋਲਦੇ ਆ। ਖਿਆਲ ਕਰਿਓ, ਹੁਕਮ ਸੁਣਿਆ ਜਾਂਦਾ, ਕਦੇ ਸੁਣਾਇਆ ਨਹੀਂ ਜਾਂਦਾ। ਗੁਰੂ ਦਾ ਹੁਕਮ ਸੁਣਨਾ ਆ, ਸੁਣਾਉਣਾ ਥੋੜੀ ਹੈ। ਸਤਿਗੁਰਾਂ ਨੂੰ ਹੁਕਮ ਅਸੀਂ ਸੁਣਿਆ ਕਰੋ। ਅਖੀਰਲੀਆਂ ਪੰਕਤੀਆਂ ਜਦੋਂ ਦੁਬਾਰਾ ਪੜ੍ਹੀਆਂ ਜਾਂਦੀਆਂ, ਉਦੋਂ ਤੁਸੀਂ ਨਾਲ ਬੋਲ ਸਕਦੇ, ਉਦੋਂ ਨਾਲ ਗਾਇਨ ਕਰ ਸਕਦੇ ਹੋ। ਹੁਕਮ ਨੂੰ ਸੁਣਿਆ ਕਰੋ, ਸੁਣਨ ਦੀ ਆਦਤ ਪਾਓ ਵੱਧ ਤੋਂ ਵੱਧ। ਵੀ ਸੁਣਿਆ ਕੀ ਸੀ, ਸੁਣ ਕੇ ਹਿਰਦੇ ਦੇ ਅੰਦਰ ਵਸਾਉਣਾ ਤੇ ਉਸ ਨੂੰ ਮੰਨ ਲੈਣਾ। ਸਤਿਗੁਰੂ ਜੀ ਕਿਰਪਾ ਬਖਸ਼ੇ, ਰਹਿਮਤ ਕਰਨ, ਤਾਂ ਹੀ ਸਾਡੇ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਕੋਟਨ ਕੋਟਾਨ ਧੰਨਵਾਦ। ਸਹਿਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ, ਗੁਰੂ ਕੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਧੰਨਵਾਦ। ਸਿੱਖ ਕੌਮ ਦੀ ਮਹਾਨ ਸ਼ਖਸੀਅਤ ਸੰਤ ਬਾਬਾ ਹਰਚਰਨ ਸਿੰਘ ਜੀ ਖਾਲਸਾ ਰਮਦਾਸਪੁਰ ਵਾਲੇ, ਜਿਹੜਾ ਸੰਗਤਾਂ ਤੇ ਬਹੁਤ ਵੱਡਾ ਪਰਉਪਕਾਰ ਕਰ ਰਹੇ ਨੇ। ਸਾਰੇ ਸੰਸਾਰ ਦੇ ਅੰਦਰ ਕੋਨੇ ਕੋਨੇ ਤੇ ਗੁਰਮਤਿ ਸਮਾਗਮਾਂ ਦੀ ਝੜੀ ਲਗਾਈ ਹੋਈ ਹੈ। ਲੜੀਵਾਰ ਹੀ ਸਮਾਗਮ ਚੱਲ ਰਹੇ ਨੇ। ਸਤਿਗੁਰੂ ਜੀ ਕਿਰਪਾ ਬਖਸ਼, ਰਹਿਮਤ ਕਰਨ। ਭਾਈ ਸਾਹਿਬ ਹੋਣੀ ਰਾਗੀ ਜਥਾ ਪਹੁੰਚ ਗਿਆ ਹੈ। ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ। ਇਸੇ ਤਰ੍ਹਾਂ ਆਪ ਜੀ ਨੇ ਮਨ ਬਿਰਤੀਆਂ ਇਕਾਗਰ ਕਰਕੇ ਗੁਰੂ ਕੀ ਗੁਰਬਾਣੀ ਦਾ ਕੀਰਤਨ ਸਰਵਣ ਕਰਨਾ ਹੈ। ਸਾਰੀ ਸੰਗਤ ਨੇ ਆਨੰਦ ਪ੍ਰਾਪਤ ਕਰਨਾ ਹੈ ਜੀ। ਦਾਸ ਕੋਲੋਂ ਕਥਾ ਵਿਚਾਰਾਂ ਕਰਦੇ ਆ, ਇਤਿਹਾਸ ਕਹਿੰਦੇ ਆ, ਗੁਰਬਾਣੀ ਕਹਿੰਦੇ ਆ। ਏਕ ਨਹੀਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅਣਜਾਣ ਜਿਹਾ ਬੱਚਾ ਸਮਝ ਕੇ, ਥੋੜੀ ਮੱਤ ਵਾਲਾ ਸਮਝ ਕਰਕੇ ਮਾਫ ਕਰ ਦੇਣਾ। ਇੱਕ ਬੇਨਤੀ ਕਰਾਂ ਹੋਰ ਹੱਥ ਜੋੜ ਕੇ ਮੇਰੇ ਸਾਰੀ ਸੰਗਤ ਨੂੰ ਨਿਮਾਣਾ ਹਾਂ, ਬਹੁਤੀ ਮੱਤ ਨਹੀਂ ਹੈ, ਪਰ ਬੇਨਤੀ ਪ੍ਰਵਾਨ ਕਰਿਓ। ਗੁਰੂ ਘਰ ਦੇ ਅੰਦਰ ਜੁਰਾਬਾਂ ਪਾ ਕੇ ਨਾ ਆਇਆ ਕਰੋ, ਜੁਰਾਬਾਂ ਬਾਹਰ ਲਾ ਕਰਕੇ ਆਇਆ ਕਰੋ, ਕਿਉਂਕਿ ਇਹ ਜੋੜੇ ਚੋਂ ਨਿਕਲੀਆਂ ਹੁੰਦੀਆਂ ਜੁਰਾਬਾਂ ਨੇ। ਜਿੱਥੇ ਅਸੀਂ ਆਪਣਾ ਦਸਤਾਰ ਸੀਸ ਝੁਕਾਉਣਾ, ਉੱਥੇ ਸਾਡੀਆਂ ਜੁਰਾਬਾਂ ਲੱਗ ਜਾਂਦੀਆਂ ਨੇ। ਜੋੜਾਂ ਤੇ ਜੁਰਾਬਾਂ ਦੇ ਵਿੱਚ ਬਹੁਤਾ ਫਰਕ ਨਹੀਂ ਕੋਈ। ਇੱਕ ਦਿਨ ਕੋਈ ਕਹਿ ਰਿਹਾ ਸੀ ਕਿ ਉਹ ਜੁਰਾਬਾਂ ਪਾ ਲੈਣੀਆਂ ਜਾਂ ਗੁਰੂ ਸਾਹਿਬ ਜੀ ਦੇ ਨਾਲ ਜੋੜਾ ਪਾ ਕੇ ਚੱਲ ਜਾਣਾ, ਕੋਈ ਬਹੁਤਾ ਫਰਕ ਨਹੀਂ ਪੈਂਦਾ। ਮੈਂ ਕਿਹਾ ਜੇ ਜੋੜਾ ਪਾ ਕੇ ਦਰਬਾਰ ਦੇ ਅੰਦਰ ਵੀ ਆ ਜਾਵੇਗਾ, ਤੈਨੂੰ ਫਰਕ ਤਾਂ ਵੀ ਨਹੀਂ ਪੈਣਾ।
ਇਹ ਸ਼ਰਧਾ ਹੋਵੇ ਕਿ ਸਤਿਗੁਰੂ ਜੀ ਦੇ ਦਰਬਾਰ ਦੇ ਅੰਦਰ ਜਾਣਾ। 2 ਮਿੰਟ ਅਸੀਂ ਜਰਾਬਾਂ ਉਤਾਰ ਲਈਏ, ਪੈਰ ਧੋ ਕਰਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਆਈਏ। ਸਤਿਗੁਰੂ ਜੀ ਕਿਰਪਾ ਬਖਸ਼ੇ, ਰਹਿਮਤ ਕਰਨ। ਆਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।